Good morning, students. Today we will do inflated price method. Inflation indirectly or directly relates with purchasing power. Means ਕੀ ਹੈ ਵੀ ਜੇ ਆਪਾਂ ਗੱਲ ਕਰੀਏ ਇਨਫਲੇਸ਼ਨ ਦੀ ਤਾਂ ਇਨਫਲੇਸ਼ਨ ਦਾ ਡਾਇਰੈਕਟ ਜਾਂ ਇਨਡਾਇਰੈਕਟ ਰਿਲੇਸ਼ਨ ਹੈ ਜਿਹੜਾ ਉਹ ਕਿਸ ਚੀਜ਼ ਦੇ ਨਾਲ ਹੁੰਦਾ ਹੈ, ਪਰਚੇਜ਼ਿੰਗ ਪਾਵਰ ਦੇ ਨਾਲ ਹੁੰਦਾ ਹੈਗਾ। ਕਿਉਂਕਿ ਦੇਖੋ ਜਿਉਂ-ਜਿਉਂ ਆਪਣੀ ਪਰਚੇਜ਼ਿੰਗ ਪਾਵਰ ਹੈ ਜਿਹੜੀ ਉਹ ਇਨਕਰੀਜ਼ ਹੋਈ ਜਾਂਦੀ ਹੈ, ਇਨਫਲੇਸ਼ਨ ਆਈ ਜਾਂਦਾ ਹੈ। ਕਿਉਂਕਿ ਦੇਖੋ ਜਦੋਂ ਕੀ ਨੇਗੇ ਆਪਾਂ ਜ਼ਿਆਦਾ ਚੀਜ਼ਾਂ ਨੂੰ ਬਾਏ ਕਰਨ ਲੱਗ ਜਾਂਦੇ ਹਾਂ, ਆਪਣੀ ਪਰਚੇਜ਼ਿੰਗ ਪਾਵਰ ਜ਼ਿਆਦਾ ਹੋ ਜਾਂਦੀ ਹੈ, ਤਾਂ ਕੀ ਹੁੰਦੇ ਨੇਗੇ ਚੀਜ਼ਾਂ ਦੇ ਜਿਹੜੇ ਪ੍ਰਾਈਸਿਸ ਨੇ ਉਹ ਅੱਪ ਹੋ ਜਾਂਦੇ ਨੇ। ਇਸ ਚੀਜ਼ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਪ੍ਰਾਈਸਿਸ ਦੇ ਅੱਪ ਹੋਣ ਨੂੰ ਹੀ ਆਪਾਂ ਕੀ ਕਹਿ ਸਕਦੇ ਹਾਂ, ਇਨਫਲੇਸ਼ਨ ਕਹਿ ਸਕਦੇ ਹਾਂ। ਅਤੇ ਪ੍ਰਾਈਸਿਸ ਦੇ ਡਾਊਨ ਹੋਣ ਨੂੰ ਆਪਾਂ ਕੀ ਕਹਿ ਸਕਦੇ ਹਾਂ, ਡਿਫਲੇਸ਼ਨ ਕਹਿ ਸਕਦੇ ਹਾਂ। So there are some materials which are subjected to natural wastage like material loss due to loading, unloading। ਇੱਕ ਹੁੰਦਾ ਲੋਡਿੰਗ ਅਤੇ ਇੱਕ ਹੁੰਦਾ ਲੈਗਿੰਗ। ਜੇ ਆਪਾਂ ਗੱਲ ਕਰੀਏ ਲੋਡਿੰਗ ਦੀ ਤਾਂ ਲੋਡਿੰਗ ਦੇ ਵਿੱਚ ਇਹ ਹੁੰਦਾ ਵੀ ਜਦੋਂ ਆਪਾਂ ਕੋਈ ਐਡਵਾਂਸ ਪੇਮੈਂਟਸ ਵਗੈਰਾ ਕਰ ਦਿੰਦੇ ਆ। ਅਤੇ ਲੈਗਿੰਗ ਦੇ ਵਿੱਚ ਇਹ ਹੁੰਦਾ ਵੀ ਜਦੋਂ ਆਪਾਂ ਡਿਲੇ ਕਰਦੇ ਹਾਂ ਪੇਮੈਂਟ ਕਰਨ ਦੇ ਵਿੱਚ। ਡਿਲੇ ਕੀ ਹੁੰਦਾ ਵੀ ਲੇਟ ਆਪਾਂ ਲਾਈਕ ਜੇ ਆਪਣੀ ਲਾਸਟ ਡੇਟ ਸੀ ਫੀਸ ਵਗੈਰਾ ਫਿਲ ਕਰਨ ਦੀ ਜਾਂ ਫਿਰ ਕਿਸੇ ਵੀ ਚੀਜ਼ ਦਾ ਕੋਈ ਮਟੀਰੀਅਲ ਵਗੈਰਾ ਆਪਾਂ ਨੇ ਬਾਏ ਕੀਤਾ ਸੀ ਉਸ ਚੀਜ਼ ਦੀ ਪੇਮੈਂਟ ਦੀ ਜੇ ਮੰਨ ਲਓ ਲਾਸਟ ਡੇਟ 31 ਮਾਰਚ ਸੀ ਬਟ ਆਪਾਂ ਜਾ ਕੇ 1 ਮਈ ਦੇ ਵਿੱਚ ਕਰ ਰਹੇ ਹਾਂ ਤਾਂ ਉਹ ਕੀ ਹੈ, ਲੈਗਿੰਗ ਹੈ। ਬਟ ਜੇ ਆਪਾਂ ਐਡਵਾਂਸ ਦੇ ਵਿੱਚ ਪੇ ਕਰ ਰਹੇ ਹਾਂ ਤਾਂ ਉਹ ਕੀ ਹੈ, ਲੀਡਿੰਗ ਹੈ। ਤਾਂ ਇਹ ਲੀਡਿੰਗ ਐਂਡ ਲੈਗਿੰਗ ਦੋ ਕਨਸੈਪਟਸ ਨੇ ਅਤੇ ਲੀਡਿੰਗ ਐਂਡ ਲੈਗਿੰਗ ਦੇ ਨਾਲ ਹੀ ਇਹ ਲੋਡਿੰਗ ਅਤੇ ਅਨਲੋਡਿੰਗ ਰਿਲੇਟਡ ਨੇ ਆਪਸ ਦੇ ਵਿੱਚ। ਜਾਂ ਫਿਰ ਟਾਈਮਰ ਲੋਸ ਡਿਊ ਟੂ ਸੀਜ਼ਨਿੰਗ, ਜਿਵੇਂ ਦੇਖੋ ਆਊਟ ਸੀਜ਼ਨ ਹੋ ਗਿਆ ਨਾ, ਇਹ ਚੀਜ਼ਾਂ ਕਰਕੇ ਜਿਹੜਾ ਇਫੈਕਟ ਪੈਂਦਾ। ਇਨ ਸੱਚ ਕੇਸਿਸ ਦਾ ਮਟੀਰੀਅਲਸ ਆਰ ਇਸ਼ੂਡ ਐਟ ਐਨ ਇਨਫਲੇਟਡ ਪ੍ਰਾਈਸ। ਇਨਫਲੇਟਡ ਪ੍ਰਾਈਸ ਕਿਹੜਾ ਹੁੰਦਾ, ਹਾਇਰ ਦੈਨ ਦਾ ਮਾਰਕੀਟ ਪ੍ਰਾਈਸ। ਜਦੋਂ ਆਪਾਂ ਐਕਚੁਅਲੀ ਕੋਸਟ ਤੋਂ ਵੀ ਜ਼ਿਆਦਾ ਪ੍ਰਾਈਸਿਸ ਚਾਰਜ ਕਰਦੇ ਹਾਂ ਨਾ ਪੀਪਲ ਤੋਂ ਜਾਂ ਆਪਾਂ ਕਹਿ ਸਕਦੇ ਹਾਂ ਬਾਇਰਸ ਤੋਂ, ਤਾਂ ਉਹ ਕਿਹੜਾ ਪ੍ਰਾਈਸ ਹੁੰਦਾ ਆਪਣਾ, ਇਨਫਲੇਟਡ ਪ੍ਰਾਈਸ ਮੈਥਡ। ਇਨ ਦਿਸ ਵੇ ਟੋਟਲ ਕੋਸਟ ਆਫ ਦਾ ਮਟੀਰੀਅਲ ਇਜ਼ ਰਿਕਵਰਡ ਫਰੋਮ ਦੀ ਪ੍ਰੋਡਕਸ਼ਨ। ਤਾਂ ਆਪਾਂ ਜਿੰਨੀ ਵੀ ਟੋਟਲ ਕੋਸਟ ਹੋਊਗੀ ਨਾ ਆਪਾਂ ਕਿੱਥੋਂ ਰਿਕਵਰ ਕਰ ਲੈਂਦੇ ਆ, ਪ੍ਰੋਡਕਸ਼ਨ ਦੀ ਕੋਸਟ ਤੋਂ ਕਰ ਲੈਂਦੇ ਹਾਂ। ਕਿਉਂਕਿ ਆਪਾਂ ਕੀ ਚੱਲ ਰਹੇ ਹਾਂ, ਆਪਾਂ ਗ੍ਰੇਟਰ ਦੈਨ ਦਾ ਮਾਰਕੀਟ ਪ੍ਰਾਈਸ ਚੱਲ ਰਹੇ ਹਾਂ ਜਾਂ ਗ੍ਰੇਟਰ ਦੈਨ ਦਾ ਐਕਚੁਅਲੀ ਕੋਸਟ ਚੱਲ ਰਹੇ ਹਾਂ, ਤਾਂ ਆਪਾਂ ਕਿਹੜੇ ਪ੍ਰਾਈਸ ਚਾਰਜ ਕਰ ਰਹੇ ਹਾਂ, ਇਨਫਲੇਟਡ ਪ੍ਰਾਈਸ ਮੈਥਡ। ਐਗਜ਼ਾਮਪਲ ਦੇ ਥਰੂ ਸਮਝੋ ਇਸ ਨੂੰ। ਇਫ 100 ਟਨਸ ਆਫ ਕੋਲ ਆਰ ਪਰਚੇਜ਼ਡ ਐਟ ₹75 ਪਰ ਟਨ। ਆਪਾਂ 100 ਟਨਸ ਨੂੰ ਪਰਚੇਜ਼ ਕੀਤਾ ਕੋਲ ਦਿਆਂ ਨੂੰ ਅਤੇ ਆਪਣੀ ਜਿਹੜੀ ਕੋਸਟ ਉਹ ਹੈਗੀ ਹੈ ₹75 ਪਰ ਟਨ। ਤਾਂ ਦੇਖੋ ਜੇ 100 ਟਨਸ ਲਏ ਨੇ ਤਾਂ ਆਪਣੀ ਟੋਟਲ ਕਿੰਨੀ ਹੋ ਗਈ ਕੋਸਟ, 7500। 5 ਟਨਸ ਆਫ ਕੋਲ ਵਿਲ ਬੀ ਲੋਸ ਡਿਊ ਟੂ ਲੋਡਿੰਗ ਐਂਡ ਅਨਲੋਡਿੰਗ। ਤਾਂ ਕੀ ਸੀ ਦੇਖੋ ਇਸ ਦੇ ਵਿੱਚ ਆਪਣੇ ਕੋਲ ਇਹਨਾਂ ਦੇ ਵਿੱਚੋਂ ਜਿਹੜੇ 5 ਟਨਸ ਨੇ ਉਹ ਆਪਣੇ ਕੀ ਹੋ ਗਏ, ਲੋਸਟ ਹੋ ਕੇ ਲੋਡਿੰਗ ਅਤੇ ਅਨਲੋਡਿੰਗ ਦੀ ਵਜ੍ਹਾ ਕਰਕੇ। ਉਹੀ ਹੋ ਗਿਆ ਨਾ ਡਿਲੇ ਅਤੇ ਐਡਵਾਂਸ ਪੇਮੈਂਟਸ ਵਗੈਰਾ ਕਰਕੇ। ਦਾ ਇਨਫਲੇਟਡ ਇਸ਼ੂ ਪ੍ਰਾਈਸ ਇਨ ਦਿਸ ਕੇਸ ਵਿਲ ਵੀ। ਤਾਂ ਆਪਾਂ ਨੇ ਕੀ ਕੈਲਕੂਲੇਟ ਕਰਨਾ ਹੈ, ਇਸ਼ੂਡ ਪ੍ਰਾਈਸ ਕੈਲਕੂਲੇਟ ਕਰਨਾ ਆਪਾਂ ਨੇ। ਤਾਂ ਦੇਖੋ 75 ਇੰਟੂ 100 ਤਾਂ ਆਪਣਾ ਆਇਆ ਸੀ 7500, ਬਟ ਇਹਨਾਂ 100 ਦੇ ਵਿੱਚੋਂ ਕੀ ਹੋ ਗਿਆ, 5 ਤਾਂ ਲੋਸ ਹੋ ਗਏ, ਤਾਂ ਰਿਮੇਨਿੰਗ ਕਿੰਨੇ ਨੇ ਆਪਣੇ ਕੋਲ 95 ਨੇਗੇ। ਤਾਂ ਆਪਣੀ ਜਿਹੜੀ ਕੋਸਟ ਉਹ ਕੀ ਆ ਜਾਏਗੀ ਇਸ ਕੇਸ ਦੇ ਵਿੱਚ 78.95 ਆ ਜਾਏਗਾ, ਕਿਉਂਕਿ ਆਪਾਂ ਨੂੰ 95 ਦਾ ਚਾਹੀਦਾ ਹੈਗਾ, ਆਪਾਂ ਨੂੰ 100 ਦਾ ਨਹੀਂ ਚਾਹੀਦਾ। ਨੈਕਸਟ ਆਪਾਂ ਇੱਕ ਇਲਸਟ੍ਰੇਸ਼ਨ ਕਰਦੇ ਹਾਂ ਇਸ ਦੀ। A furniture manufacturer purchased 10,000 at the rate of timer logs on 1st October 2015 at the rate of 10 per CFT and stores them in his timer valid for 6 months। 6 month ਲਈ ਉਹਨੇ ਸਟੋਰ ਕੀਤਾ ਸੀਜ਼ਨਿੰਗ ਦੇ ਲਈ। ਮਤਲਬ ਕੀ ਹੈ ਵੀ ਸੀਜ਼ਨਿੰਗ ਦਾ ਮੀਨਿੰਗ ਇੱਥੇ ਹੈ ਵੀ ਜੇ ਇਸ ਚੀਜ਼ ਦਾ ਆਊਟ ਸੀਜ਼ਨ ਆਫ ਸੀਜ਼ਨ ਲਗਾ ਲਓ ਵੀ ਔਨ ਸੀਜ਼ਨ ਆਉਂਦਾ ਤਾਂ ਉਸ ਦੀ ਨਾਲ ਦੀ ਨਾਲ ਡਿਲੀਵਰੀ ਕਰ ਦੇਣਾ। ਇਨ ਦਾ ਟਾਈਮਰ ਯਾਰਡ ਦਾ ਫੋਲੋਇੰਗ ਆਈਟਮਸ ਆਫ ਐਕਸਪੈਂਸਿਸ ਵਾਰ ਇਨਕੋਰਡ। ਤਾਂ ਜਿਹੜੇ ਆਪਣੇ ਐਕਸਪੈਂਸਿਸ ਹੋਏ ਨੇ ਉਹ ਕਿਹੜੇ ਨੇ, ਰੈਂਟ ਦਾ ਹੋਇਆ, ਸੈਲਰੀਜ਼ ਦਾ ਹੋਇਆ, ਐਨੂਅਲ ਸ਼ੇਅਰਸ ਦਾ ਹੋਇਆ, ਇੰਸ਼ੋਰੈਂਸ ਵਗੈਰਾ ਦਾ। ਤਾਂ 50% ਫਲੋਰ ਏਰੀਆ ਕੀ ਹੋ ਗਿਆ ਆਪਣਾ, ਕੀ ਕਰਤਾ ਆਪਾਂ ਇਸ ਨੂੰ ਸੈਂਟ ਅਪਾਰਟ ਕਰਤਾ। ਸੈਂਟ ਅਪਾਰਟ ਹੁੰਦਾ ਵੀ ਜਦੋਂ ਆਪਾਂ ਟੋਟਲ ਚੀਜ਼ ਦੇ ਵਿੱਚ ਥੋੜ੍ਹੀ ਬਹੁਤ ਚੀਜ਼ ਨੂੰ ਕੀ ਕਰ ਦਿੰਦੇ ਹੈਗੇ, ਡਿਵਾਈਡ ਕਰ ਦਿੰਦੇ ਉਸ ਦੇ ਵਿੱਚੋਂ। ਤਾਂ ਆਪਾਂ ਦੇਖੋ ਨੈਕਸਟ ਸੋਲਿਊਸ਼ਨ ਦੇਖਦੇ ਹਾਂ ਇਸ ਦਾ। ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਇਸ ਦੇ ਵਿੱਚ, ਮੈਨੂਫੈਕਚਰਡ ਪਰਚੇਸਡ ਮਤਲਬ ਉਹ ਕੋਸਟ ਹੈ, ਠੀਕ ਹੈ, ਕਿੰਨੀ ਹੈ, ਕੁਆਂਟਿਟੀ ਕਿੰਨੀ ਹੈ ਆਪਣੇ ਕੋਲ, ਕਿੰਨੀ ਕੁਆਂਟਿਟੀ ਪਰਚੇਜ਼ ਕੀਤੀ ਹੈ ਉਸਨੇ 10,000, ਠੀਕ ਹੈ। 10,000 ਤਾਂ ਆਪਣਾ ਕੀ ਹੈ, ਏਰੀਆ ਮਤਲਬ ਇੱਕ ਤਰ੍ਹਾਂ ਦਾ, ਕਿੰਨੇ ਪਰ 10 ਪਰ ਹੈ, ਤਾਂ ਟੋਟਲ ਕਿੰਨਾ ਹੋ ਗਿਆ ਆਪਣਾ 10,000 ਇੰਟੂ 10 ਕਿੰਨਾ ਹੋ ਗਿਆ ਆਪਣਾ, ਅਮਾਊਂਟ ਲੱਗ ਗਈ ਆਪਣੀ 1 ਲੱਖ ਰੁਪੀਜ਼। ਉਸ ਤੋਂ ਬਾਅਦ ਜਿਹੜਾ ਰੈਂਟ ਹੈ ਉਹ ਉਹਨਾਂ ਨੇ ਪੇ ਕੀਤਾ, ਦੇਖੋ ਕਿੰਨਾ 250 ਪਰ ਮੰਥ ਰੁਪੀਜ਼,
ठीक है। तो जे आप गल करिए यार्ड की, यार्ड मतलब कि पूरे के पूरे एरिए की, तो कितना एरिया है 3000 स्क्वेयर फिट है। तो सब तो पहले तो आप किस तरह कैलकुलेट करांगे 250 पर मंथ के हिसाब के करांगे आप रेंट की कैलकुलेशन। तो जे आप गल करिए 250 पर मंथ की, तो ये की है पर मंथ है, तो आपको किहड़ा चाहिए होंगे, आपको चाहिए तो होंगे ईयर का। बट ਆਪਾਂ ਨੂੰ ਨੈਕਸਟ ਦੇ ਵਿੱਚ ਇਹਨਾਂ ਨੇ ਕਹਿ ਰੱਖਿਆ ਨਾ ਐਨੂਅਲ ਸ਼ੇਅਰਸ, ਤਾਂ ਆਪਾਂ ਐਨੂਅਲ ਸ਼ੇਅਰਸ ਦੇ ਬੇਸਿਸ 'ਤੇ ਇਸ ਨੂੰ ਹਾਫ ਕਰ ਦੇਵਾਂਗੇ, ਕਿਸ ਨੂੰ 250 ਰੁਪੀਜ਼ ਜਿਹੜਾ ਪਰ ਮੰਥ ਆਪਣਾ ਰੈਂਟ ਹੈ ਇਸ ਨੂੰ ਹਾਫ ਕਰਾਂਗੇ ਆਪਾਂ। ਤਾਂ ਜੇ ਆਪਣਾ ਇਸ ਦਾ ਹਾਫ ਕਿੰਨਾ ਆ ਜਾਏਗਾ, ਸਭ ਤੋਂ ਪਹਿਲਾਂ ਤਾਂ 250 ਦਾ ਜਦੋਂ ਆਪਾਂ ਹਾਫ ਕਰਦੇ ਹਾਂ, ਹੁਣ ਦੇਖੋ ਰੈਂਟ ਨੂੰ ਆਪਾਂ ਕੀ ਕੀਤਾ ਹਾਫ ਕਰ ਰਹੇ ਹਾਂ ਰੈਂਟ ਨੂੰ, ਤਾਂ ਜਦੋਂ ਆਪਾਂ ਰੈਂਟ ਨੂੰ ਹਾਫ ਕਰਾਂਗੇ ਤਾਂ ਦੇਖੋ 250/2 ਕਰਾਂਗੇ ਜਦੋਂ ਆਪਾਂ, ਤਾਂ 125 ਜਿਹੜੀ ਆਪਣੀ 250 ਦੀ ਹਾਫ ਅਮਾਊਂਟ ਆ ਜਾਏਗੀ। ਬਟ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ 6 ਦੇ ਨਾਲ। ਹੁਣ ਦੇਖੋ ਜਿਹੜਾ ਮੈਂ ਹਾਫ ਕੀਤਾ ਅਤੇ 6 ਨਾਲ ਮਲਟੀਪਲਾਈ ਕਰ ਰਹੀ ਹਾਂ, ਇਹ ਕਿਉਂ ਕਰ ਰਹੀ ਹਾਂ, ਦੇਖੋ ਇਸ ਨੂੰ ਸਮਝੋ ਚੰਗੀ ਤਰ੍ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੁਐਸਚਨ ਵਿੱਚ ਦੇਖੋ ਦਿੱਤਾ ਹੋਇਆ 250 ਪਰ ਮੰਥ ਹੈ ਜਿਹੜਾ, ਉਹ ਤਾਂ ਰੈਂਟ ਹੈ ਆਪਣਾ। ਬਟ ਉਸ ਤੋਂ ਅੱਗੇ ਆਪਾਂ ਦੇਖੋ ਫਸਟ ਸੈਕਿੰਡ ਲਾਈਨ ਦੇ ਵਿੱਚ ਕੀ ਕਿਹਾ ਇਹਨਾਂ ਨੇ, ਸਟੋਰ ਕੀਤਾ ਉਹਨੇ 6 ਮੰਥ ਦੇ ਲਈ, ਤਾਂ ਰੈਂਟ ਵੀ ਆਪਣਾ 6 ਮੰਥ ਲਈ ਲੱਗੇਗਾ ਜਦੋਂ ਆਪਾਂ ਨੂੰ 6 ਮੰਥ ਦੇ ਲਈ ਹੀ ਸਟੋਰ ਕੀਤਾ ਹੈ। ਠੀਕ ਹੈ, ਤਾਂ ਕਰਕੇ ਆਪਾਂ ਪੂਰੇ ਸਾਲ ਦਾ ਨਾ ਤਾਂ ਰੈਂਟ ਲਗਾਵਾਂਗੇ, ਨਾ ਆਪਾਂ ਸੈਲਰੀਜ਼ ਲਗਾਵਾਂਗੇ, ਨਾ ਆਪਾਂ ਇੰਸੀਡੈਂਟਲ ਐਕਸਪੈਂਸਿਸ, ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ 6 ਮੰਥ ਦੇ ਬੇਸ 'ਤੇ ਕੈਲਕੂਲੇਟ ਕਰਾਂਗੇ। ਤਾਂ ਜਦੋਂ ਆਪਾਂ ਰੈਂਟ ਦਾ ਦੇਖੋ ਕੀ ਕਰਾਂਗੇ 6 ਮੰਥ ਦੇ ਲਈ ਹੈ, ਤਾਂ ਜੇ ਮੰਥ ਦਾ ਦੇਖੋ 250 ਪਰ ਮੰਥ ਹੈ, ਠੀਕ ਹੈ, ਤਾਂ ਆਪਾਂ ਇਸ ਦਾ ਹਾਫ ਕਰ ਦਾਂਗੇ 6 ਮੰਥ ਦੇ ਲਈ। ਠੀਕ ਹੈ, ਤਾਂ ਕਿਉਂਕਿ ਆਪਾਂ ਇਹਨੂੰ ਫਿਰ 6 ਦੇ ਨਾਲ ਮਲਟੀਪਲਾਈ ਕਰਾਂਗੇ। ਅਤੇ ਜੋ ਮੈਂ ਕਹਿ ਰਹੀ ਤੁਹਾਨੂੰ ਵੀ 1/5 ਕਰਨਾ, ਮਤਲਬ ਜੇ ਆਪਾਂ ਗੱਲ ਕਰੀਏ ਇਸ ਦੀ 1/2, ਤਾਂ ਮੀਨਸ ਕਿੰਨਾ ਹੁੰਦਾ ਹੈਗਾ 50%। ਤਾਂ ਇਹ 50% ਦੇ ਵਿੱਚ ਕੀ ਹੈ, 50% ਆਫ ਦੀ ਫਲੋਰ ਏਰੀਆ ਆਫ ਦੀ ਯਾਰਡ ਹੈਜ਼ ਬੀਨ ਸੈਂਟ ਅਪਾਰਟ ਫॉर ਸੀਜ਼ਨਿੰਗ, ਕਿਉਂਕਿ ਜਿਹੜਾ ਪੂਰੇ ਦਾ ਪੂਰਾ ਏਰੀਆ ਸੀ ਉਹਦੇ ਵਿੱਚੋਂ 50% ਕਿਸ ਚੀਜ਼ ਦੇ ਲਈ ਕਰ ਦਿੱਤਾ, ਉਹਨੂੰ ਸੀਜ਼ਨਿੰਗ ਦੇ ਲਈ ਅਪਾਰਟ ਕਰ ਦਿੱਤਾ। ਤਾਂ ਆਪਾਂ 250 ਦਾ ਪਹਿਲਾਂ 50% ਕਰਾਂਗੇ, ਇੰਟੂ ਆਪਾਂ ਕਰਾਂਗੇ ਉਹਨੂੰ 6 ਮੰਥ ਦੇ ਨਾਲ ਮਲਟੀਪਲਾਈ। ਜੇ ਇਹ 6 ਮੰਥ ਲਾਈਨ ਨਾ ਦਿੱਤੀ ਹੋਈ ਹੁੰਦੀ ਨਾ, ਤਾਂ ਤੁਸੀਂ ਕੀ ਕਰਦੇ, ਡਾਇਰੈਕਟ 250 × 50/100 ਜਿੰਨੀ ਵੀ ਅਮਾਊਂਟ ਆ ਜਾਂਦੀ ਉਹ ਲਿਖ ਦਿੰਦੇ। ਠੀਕ ਹੈ, ਬਟ ਹੁਣ ਆਪਾਂ ਕਿਉਂ ਕਰ ਰਹੇ ਹਾਂ ਇਹਨੂੰ 6 ਦੇ ਨਾਲ ਮਲਟੀਪਲਾਈ, ਕਿਉਂਕਿ 6 ਮੰਥ ਦੇ ਲਈ ਜਿਹੜਾ ਟਾਈਮ ਪੀਰੀਅਡ ਹੈ ਉਹ ਤੁਹਾਡਾ ਗਿਵਨ ਹੈ। ਤਾਂ ਜਿੰਨੀਆਂ ਵੀ ਤੁਹਾਡੀਆਂ ਸੈਲਰੀਜ਼ ਨੇ, ਐਕਸਪੈਂਸਿਸ ਨੇ, ਇਹਨਾਂ ਸਾਰਿਆਂ ਨੂੰ 6 ਦੇ ਨਾਲ ਮਲਟੀਪਲਾਈ ਕਰਨਾ, 6 ਮੰਥ ਦੇ ਨਾਲ ਮਲਟੀਪਲਾਈ ਕਰਨਾ। ਉਸ ਤੋਂ ਬਾਅਦ ਕੀ ਕਰਨਾ, ਹਾਫ ਕਰਨਾ, ਕਿਉਂਕਿ ਕੀ ਨੇ ਇਹ 50% ਅਪਾਰਟ ਹੋ ਚੁੱਕੇ ਨੇ, ਤਾਂ ਟੋਟਲ ਤਾਂ ਆਪਣੇ ਕੋਲ ਹੁਣ ਹੈ ਨਹੀਂ। ਤਾਂ ਅੱਗੇ ਦੇਖੋ ਇਸ ਦਾ ਇੰਸੀਡੈਂਟਲ ਐਕਸਪੈਂਸਿਸ ਵੀ ਸੇਮ ਹੋਣਗੇ, ਕਿੰਨੇ ਦਿਨ ਦੇਖੋ 150 ਹੈ, 150 ਦਾ ਹਾਫ ਹੋ ਜਾਏਗਾ, 50% ਹਾਫ ਹੁੰਦਾ ਨਾ, ਅਤੇ ਕਿੰਨੇ ਮੰਥ ਨੇ ਆਪਣੇ ਕੋਲ 6 ਮੰਥ ਨੇ। ਸੇਮ ਅੱਗੇ ਆਪਣੇ ਕੋਲ ਕਿੰਨੇ ਗੇ 2000 ਦੇ ਨੇ ਐਨੂਅਲ ਚਾਰਜਸ, ਇਹ ਵੀ ਪਹਿਲਾਂ ਤਾਂ ਆਪਾਂ 2000 ਦਾ ਕੀ ਕਰਾਂਗੇ, ਆਪਾਂ ਹਾਫ ਕਰਾਂਗੇ, ਫਿਰ ਉਹੀ 6 ਨਾਲ ਮਲਟੀਪਲਾਈ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਣੇ ਕੋਲ ਇੰਸ਼ੋਰੈਂਸ ਹੈ 1 ਲੱਖ ਰੁਪੀਜ਼ ਦੇ ਦਿਓ, ਉੱਪਰ 1% ਲੱਗ ਗਿਆ, ਦੇਖੋ ਇਹ ਤਾਂ ਗਿਵਨ ਹੈ ਸਾਰਾ ਕੁਛ ਸਾਨੂੰ ਕੁਐਸਚਨ ਦੇ ਵਿੱਚ। ਤਾਂ ਆਪਾਂ ਐਟ ਦੀ ਐਂਡ ਕੀ ਕੈਲਕੂਲੇਟ ਕਰ ਲਵਾਂਗੇ, ਐਕਸਪੈਂਸਿਸ ਨੂੰ ਕੈਲਕੂਲੇਟ ਕਰ ਲਵਾਂਗੇ। ਤਾਂ ਇਹ ਸਾਰੇ ਆਪਾਂ ਜਦੋਂ ਐਕਸਪੈਂਸਿਸ ਨੂੰ ਐਡ ਪਲੱਸ ਕਰਾਂਗੇ ਤਾਂ 1000 ਰੁਪੀਜ਼ ਆ ਜਾਣਗੇ ਆਪਣੇ ਕੋਲ। 10000 ਦੇ ਵਿੱਚ ਆਪਾਂ 1000 ਮਾਈਨਸ ਕੀਤੇ, ਅਤੇ ਐਂਡ 1,04,200 ਰੁਪੀਜ਼ ਦੇ ਵਿੱਚ ਆਪਾਂ ਨੇ ਨਿਲ ਬੈਲੈਂਸ ਮਾਈਨਸ ਕੀਤਾ। ਤਾਂ ਆਪਾਂ ਨੂੰ ਹੁਣ ਕੀ ਚਾਹੀਦਾ ਹੁੰਦਾ ਹੈਗਾ, ਪਰ ਚਾਹੀਦਾ, ਪਰ ਇਸ਼ੂ ਜਾਂ ਫਿਰ ਇਸ਼ੂ ਪਰ ਪ੍ਰਾਈਸ। ਤਾਂ ਆਪਾਂ ਇਹਨੂੰ ਕਿੰਨੇ ਨਾਲ ਡਿਵਾਈਡ ਕਰ ਦੇਵਾਂਗੇ, ਅਮਾਊਂਟ ਨੂੰ ਆਪਾਂ ਇਸ ਦੇ ਨਾਲ ਕਰ ਦੇਵਾਂਗੇ ਡਿਵਾਈਡ 9000 ਦੇ ਨਾਲ। ਤਾਂ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ, ਬਸ ਕੁਛ ਵੀ ਨਹੀਂ ਕਰਨਾ ਤੁਸੀਂ ਇਹਦੇ ਵਿੱਚ। ਪਹਿਲਾਂ 50% ਕਰਨਾ ਸਾਰੀਆਂ ਅਮਾਊਂਟਸ ਦਾ, ਫਿਰ ਇਹਨਾਂ ਨੂੰ 6 ਮੰਥ ਨਾਲ ਮਲਟੀਪਲਾਈ ਕਰਨਾ, ਐਟ ਦੀ ਐਂਡ ਜਿੰਨੀ ਅਮਾਊਂਟ ਆ ਜਾਏਗੀ ਉਹਨੂੰ ਪਰ ਦੇ ਆਪਾਂ ਬੇਸਿਸ 'ਤੇ ਕੀ ਕਰ ਲਵਾਂਗੇ, ਡਿਵਾਈਡ ਕਰ ਲਵਾਂਗੇ। ਤਾਂ ਇਹ ਸੀ ਆਪਣਾ ਇਨਫਲੇਟਡ ਪ੍ਰਾਈਸ ਮੈਥਡ। ਤਾਂ ਇਸ ਨੂੰ ਇੱਕ ਵਾਰ ਕੀ ਕਰਨਾ, ਖੁਦ ਟਰਾਈ ਕਰਕੇ ਦੇਖਣਾ ਵੀ ਜੇ ਤੁਸੀਂ ਆਪਣਾ ਐਗਜ਼ਾਮ ਦੇ ਵਿੱਚ ਨਿਊਮੈਰੀਕਲ ਕੁਐਸਚਨਸ ਕਰਨੇ ਨੇ ਸੋਲਵ ਆਊਟ, ਤਾਂ ਹਰ ਇੱਕ ਇਲਾਸਟ੍ਰੇਸ਼ਨ ਨੂੰ ਖੁਦ ਕਰਕੇ ਦੇਖਿਆ ਕਰੋ, ਅਤੇ ਕੋਈ ਵੀ ਡਾਊਟ ਹੋਇਆ ਤਾਂ ਪੁੱਛਿਆ ਕਰੋ। ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਮੈਥਡ ਕਰਾਂਗੇ ਅਤੇ ਉਸ ਦੀ ਇੱਕ ਇਲਾਸਟ੍ਰੇਸ਼ਨ ਕਰਾਂਗੇ। ਥੈਂਕ ਯੂ।